ਵੈਲਕਮ ਸਟੂਡੈਂਟਸ। ਸਾਡਾ ਅੱਜ ਦਾ ਟੌਪਿਕ ਆ ਪਹਿਚਾਣ ਦਾ ਉਭਾਰ, ਐਮਰਜੈਂਸ ਆਫ ਆਈਡੈਂਟੀਟੀ। ਅਸੀਂ ਮਨ ਤੇ ਸਰੀਰ ਨੂੰ ਜੋੜਦੇ ਹਾਂ। ਮਨ ਤੇ ਸਰੀਰ ਦਾ ਸੰਬੰਧ ਆ ਜਿਹੜਾ ਉਹ ਅੰਤਰ ਸੰਬੰਧਿਤ ਆ। ਮਨ ਸਰੀਰ ਤੋਂ ਬਿਨਾਂ ਤੇ ਸਰੀਰ ਮਨ ਤੋਂ ਬਿਨਾਂ ਨਹੀਂ ਹੋ ਸਕਦਾ, ਜਾਂ ਇਸ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਇਸ ਤੋਂ ਬਾਅਦ ਆਤਮ ਸੰਕਲਪ ਤੇ ਆਤਮ ਪਹਿਚਾਣ ਨੇ ਜਿਹੜੇ ਉਹ ਦੋਨੇ ਇੱਕੋ ਹੀ ਸਮਾਨਾਰਥਕ ਸ਼ਬਦ ਨੇ। ਕਈ ਮਨੋਵਿਗਿਆਨੀ ਇਹਨਾਂ ਸ਼ਬਦਾਂ ਦੇ ਵਿੱਚ ਅੰਤਰ ਕਰਦੇ ਨੇ। ਮਨੋਵਿਗਿਆਨ, ਸਮਾਜ ਸ਼ਾਸਤਰ ਤੇ ਦਰਸ਼ਨ, ਇਹ ਤਿੰਨੇ ਵਿਸ਼ੇ ਨੇ ਜਿਹੜੇ ਸਿੱਖਿਆ ਦੇ ਆਧਾਰ ਦੇ ਰੂਪ 'ਚ ਜਾਣੇ ਜਾਂਦੇ ਨੇ। ਸਿੱਖਿਆ ਦੇ ਇਹ ਪ੍ਰਮੁੱਖ ਵਿਸ਼ਿਆਂ ਵਿੱਚ ਵਿਅਕਤੀ ਤੇ ਉਸਦੀ ਪਹਿਚਾਣ ਨੂੰ ਕਿਹੜੇ ਰੂਪ ਵਿੱਚ ਦੇਖਿਆ, ਸਮਝਿਆ ਤੇ ਮੁਲਾਂਕਣ ਕੀਤਾ ਜਾਂਦਾ ਹੈ। ਜੇਕਰ ਇੱਕ ਸਧਾਰਨ ਅਰਥ ਕੱਢੀਏ ਤਾਂ ਇਹ ਤਿੰਨੇ ਵਿਸ਼ੇ ਆਈਡੈਂਟੀਟੀ ਨੂੰ, ਪਹਿਚਾਣ ਨੂੰ ਉਹਨਾਂ ਸੰਕਲਪਾਂ, ਗੁਣਾਂ, ਵਿਸ਼ਵਾਸਾਂ ਤੇ ਵਿਅਕਤੀਆਂ ਦੇ ਰੂਪ ਵਿੱਚ ਪਰਿਭਾਸ਼ਿਤ ਕਰਦੇ ਹਨ ਜਿਨ੍ਹਾਂ ਨਾਲ ਵਿਅਕਤੀ ਬਣਦਾ ਹੈ ਜਾਂ ਵਿਅਕਤੀ ਦੀ ਪਹਿਚਾਣ ਬਣਦੀ ਹੈ। ਅੱਗੇ ਅਸੀਂ ਕਨਸੈਪਟ ਦੇਖਦੇ ਹਾਂ ਜਿਹੜੇ ਵਿਅਕਤੀ ਦੀ ਪਹਿਚਾਣ ਨਾਲ ਜੁੜੇ ਹੋਏ ਨੇ। ਪਹਿਲੇ ਨੰਬਰ ਤੇ ਹੈਗਾ ਆਤਮ ਚਿੱਤਰ, ਸੈਲਫ ਇਮੇਜ। ਮਨੋਵਿਗਿਆਨਕ ਪਹਿਚਾਣ ਦਾ ਸੰਬੰਧ ਆਤਮ ਚਿੱਤਰ ਨਾਲ ਹੈ। ਕੋਣ 'ਚ ਮਾਡਲ ਆਫ ਵਨ ਸੈਲਫ ਤੇ ਆਤਮ ਚਿੱਤਰ ਨੂੰ ਸਮਝਣ ਲਈ ਇੱਕ ਪ੍ਰਸ਼ਨ ਦਾ ਜਿਹੜਾ ਸਾਨੂੰ ਦੇਖਣਾ ਪਊਗਾ। ਇੱਕ ਪ੍ਰਸ਼ਨ, ਤੁਹਾਨੂੰ ਕੀ ਲੱਗਦਾ ਹੈ ਜਾਂ ਤੁਹਾਨੂੰ ਕੀ ਵਿਸ਼ਵਾਸ ਹੈ ਕਿ ਲੋਕ ਤੁਹਾਡੇ ਬਾਰੇ ਕੀ ਸੋਚਦੇ ਹਨ। ਆਤਮ ਚਿੱਤਰ ਦਾ ਅਰਥ ਕਦੇ ਕਦੇ ਇਸ ਰੂਪ ਵਿੱਚ ਵੀ ਲਿਆ ਜਾਂਦਾ ਹੈ ਕਿ ਲੋਕ ਤੁਹਾਡੇ ਬਾਰੇ ਕੀ ਸੋਚਦੇ ਹਨ। ਜਿਹੜਾ ਤੁਹਾਨੂੰ ਲੱਗਦਾ ਹੋਵੇ ਤੁਸੀਂ ਆਪਣੇ ਬਾਰੇ ਕੀ ਸੋਚਦੇ ਹੋ। ਤਾਂ ਇਹ ਸੈਲਫ ਇਮੇਜ ਆ ਜਿਹੜੀ, ਇਹ ਆਤਮ ਪਹਿਚਾਣ ਦੀ ਜਿਹੜੀ ਆ ਇੱਕ ਕਨਸੈਪਟ ਆ, ਆਪਣੇ ਆਪ ਨੂੰ ਜਾਣਨਾ। ਫਿਰ ਆਤਮ ਪਹਿਚਾਣ, ਸੈਲਫ ਆਈਡੈਂਟੀਟੀ। ਜੇ ਪਹਿਚਾਣ ਦੀ ਗੱਲ ਆ ਜਾਵੇ ਤਾਂ ਇਰਿਕਸਨ ਦਾ ਮਾਡਲ ਆ ਜਿਹੜਾ, ਉਸ ਦੀ ਦਿੱਤੀ ਹੋਈ ਪਰਿਭਾਸ਼ਾ ਹੈ ਜਿਹੜੀ ਆਤਮ ਪਹਿਚਾਣ ਬਾਰੇ, ਉਹਦੀ ਗੱਲ ਕਰਨੀ ਜ਼ਰੂਰੀ ਬਣਦੀ ਆ ਕਿਉਂਕਿ ਇਹ ਜਿਹੜੀ ਪਰਿਭਾਸ਼ਾ ਇਸ ਵਿਸ਼ੇ ਦੇ ਉੱਤੇ ਬਹੁਤ ਹੀ ਇੰਪੋਰਟੈਂਟ ਹੈ। ਇਰਿਕਸਨ ਨੇ ਕੀ ਕਿਹਾ ਕਿ ਪਹਿਚਾਣ ਨਿਰਮਾਣ ਆ ਜਿਹੜੀ ਉਹ ਬਾਲਗਾਂ ਵਿੱਚ ਇੱਕ ਕੇਂਦਰਿਤ ਵਿਕਾਸਾਤਮਕ ਕਾਰਜ ਦੀ ਤਰ੍ਹਾਂ ਹੈ। ਆਤਮ ਪਹਿਚਾਣ ਵਿੱਚ ਸਰੀਰਕ, ਮਨੋਵਿਗਿਆਨਕ, ਸਮਾਜਿਕ ਅਤੇ ਸੰਸਕ੍ਰਿਤ ਗੁਣ ਵੀ ਆਉਂਦੇ ਨੇ। ਇਹਦੇ ਨਾਲ ਹੀ ਸਵੈ ਪਹਿਚਾਣ ਜਾਂ ਪਹਿਚਾਣ ਵਿਅਕਤੀ ਦੇ ਆਪਣੇ ਦ੍ਰਿਸ਼ਟੀਕੋਣ, ਰਵੱਈਏ, ਵਿਸ਼ਵਾਸ ਤੇ ਵਿਚਾਰਾਂ ਨਾਲ ਪੂਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਸਰੀਰਕ, ਮਨੋਵਿਗਿਆਨਕ, ਸਮਾਜਿਕ ਤੇ ਸੰਸਕ੍ਰਿਤਿਕ ਗੁਣ ਆਉਂਦੇ ਨੇ ਜਿਹੜੇ ਸਾਨੂੰ ਬਾਹਰ ਤੋਂ ਦਿਖਾਈ ਦਿੰਦੇ ਨੇ। ਇਸ ਤੋਂ ਇਲਾਵਾ ਅੰਦਰੂਨੀ ਗੁਣ ਵਿਅਕਤੀ ਦੇ, ਜਿਵੇਂ ਦ੍ਰਿਸ਼ਟੀਕੋਣ ਹੋ ਗਿਆ, ਉਸਦੇ ਵਿਸ਼ਵਾਸ ਹੋ ਗਏ, ਰਵੱਈਆ ਹੋ ਗਿਆ, ਇਹ ਸਾਰੀ ਚੀਜ਼ ਕੀ ਆ ਜਿਹੜੀ ਉਸ ਦੀ ਆਤਮ ਪਹਿਚਾਣ ਨੂੰ ਪ੍ਰਭਾਵਿਤ ਕਰਦੀ ਹੈ। ਫਿਰ ਅੱਗੇ ਅਸੀਂ ਕਨਸੈਪਟ ਲੈਂਦੇ ਹਾਂ ਸੈਲਫ ਕਨਸੈਪਟ। ਸੈਲਫ ਕਨਸੈਪਟ ਦੇ ਵਿੱਚ ਕੀ ਆ, ਇਹ ਵੀ ਜਿਹੜਾ ਆਤਮ ਪਹਿਚਾਣ ਨਾਲ ਸੰਬੰਧਿਤ ਇੱਕ ਸਾਈਨੋਨੀਅਮ ਲਾ ਲਓ ਤੁਸੀਂ ਚਾਹੇ, ਉਸ ਦੇ ਤਰ੍ਹਾਂ ਦਾ ਹੀ ਸ਼ਬਦ ਆ। ਇਸ ਤੋਂ ਭਾਵ ਆ ਮਾਨਸਿਕ ਸੰਕਲਪ ਜਾਂ ਵਿਚਾਰਾਂ। ਇਸ ਦਾ ਭਾਵ ਮਾਨਸਿਕ ਸੰਕਲਪ ਜਾਂ ਵਿਚਾਰਾਂ ਨਾਲ ਜਿਹੜੇ ਵਿਅਕਤੀ ਨੂੰ ਉਸਦੇ ਭੂਤ, ਵਰਤਮਾਨ ਤੇ ਭਵਿੱਖ ਬਾਰੇ ਦੱਸਦੇ ਹਨ। ਕਨਸੈਪਟ ਬਣ ਜਾਂਦਾ ਏ ਵਿਅਕਤੀ ਦਾ, ਉਸ ਦਾ ਪਾਸਟ ਤੋਂ ਬਣਦਾ ਏ, ਪ੍ਰੈਜ਼ੈਂਟ ਦੇ ਵਿੱਚ ਵੀ ਹੁੰਦਾ ਤੇ ਭਵਿੱਖ ਵਿੱਚ ਵੀ ਉਸੇ ਤਰ੍ਹਾਂ ਦਾ ਜਿਹੜਾ ਉਹਦਾ ਸੰਕਲਪ ਬਣ ਜਾਂਦਾ ਏ। ਫਿਰ ਆਤਮ ਸਨਮਾਨ, ਸੈਲਫ ਅਸਟੀਮ। ਇੱਕ ਹੋਰ ਸੰਕਲਪ ਆ ਜਿਹੜਾ ਆਤਮ ਸਨਮਾਨ। ਇਸ ਦਾ ਅਰਥ ਆਪਣੇ ਆਪ ਦਾ ਮੁਲਾਂਕਣ ਕਰਨਾ ਤੇ ਆਪਣੇ ਆਪ ਦਾ ਨਿਰਣਾ ਕਰਨਾ, ਜਾਂ ਅਸੀਂ ਕਹਿ ਸਕਦੇ ਹਾਂ ਕਿ ਆਪਣੇ ਆਪ ਦੀ ਸਮਝ ਜਾਂ ਗਿਆਨ, ਜਾਂ ਆਪਣੇ ਆਪ ਨੂੰ ਜਾਣਨਾ। ਇਹ ਕਨਸੈਪਟ ਆ ਜਿਹੜਾ, ਇਹ ਵੀ ਸਾਡਾ ਜਿਹੜਾ ਆਪਣੇ ਆਪ ਦੀ ਪਹਿਚਾਣ ਨਾਲ ਸੰਬੰਧਿਤ ਆ।
ਫਿਰ ਆਤਮ ਪ੍ਰਤੱਖਣ। ਇਹਨਾਂ ਸਾਰਿਆਂ ਨੂੰ ਸਮਝਣ ਦੇ ਨਾਲ ਨਾਲ ਮਿਲਦੇ ਜੁਲਦੇ ਹੋਰ ਸ਼ਬਦਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਜਿਵੇਂ ਆਤਮ ਪ੍ਰਤੱਖਣ। ਆਤਮ ਪ੍ਰਤੱਖਣ ਦਾ ਅਰਥ ਹੁੰਦਾ ਹੈ ਸੰਵੇਦਨ ਦੀ ਵਿਆਖਿਆ ਕਰਨਾ, ਅਰਥਾਤ ਵਾਤਾਵਰਨ ਤੋਂ ਜੋ ਕੁਝ ਵੀ ਸਾਨੂੰ ਸੰਵੇਦੀ ਅੰਗਾਂ ਰਾਹੀਂ ਪ੍ਰਾਪਤ ਹੁੰਦਾ ਹੈ ਉਸ ਨੂੰ ਸਮਝਣਾ, ਅਨੁਭਵ ਦੇ ਆਧਾਰ ਤੇ ਉਸ ਦੀ ਵਿਆਖਿਆ ਕਰਨੀ। ਤਾਂ ਇਹ ਜਿਹੜਾ ਇਹ ਆਤਮ ਪ੍ਰਤੱਖਣ ਕਿਹਾ ਜਾਂਦਾ, ਇਸ ਨੂੰ ਸੰਵੇਦਨਾ ਜਿਹੜੀ ਹੁੰਦੀ ਹੈ ਸਾਡੀ ਵਾਤਾਵਰਨ ਪ੍ਰਤੀ ਜਾਂ ਕਿਸੇ ਦੇ ਵਰਤਾਓ ਪ੍ਰਤੀ, ਉਸ ਨੂੰ ਅਸੀਂ ਆਤਮ ਪ੍ਰਤੱਖਣ ਬੋਲਦੇ ਹਾਂ। ਇਸ ਤੋਂ ਬਾਅਦ ਆਤਮ ਪਹਿਚਾਣ, ਸੈਲਫ ਆਈਡੈਂਟੀਟੀ। ਇਹਨਾਂ ਸਾਰਿਆਂ ਦਾ ਨਿਚੋੜ ਆ ਜਿਹੜਾ ਉਹ ਆਤਮ ਪਹਿਚਾਣ ਦੇ ਤੌਰ ਤੇ ਲਿਆ ਜਾਂਦਾ ਹੈ। ਤਾਂ ਇਹਦੇ ਨਾਲ ਜਿਹੜੀਆਂ ਅਸੀਂ ਪਹਿਲਾਂ ਕਨਸੈਪਟ ਕੀਤੇ ਨੇ ਇਹਨਾਂ ਨਾਲ ਗੱਲ ਸਮਝ ਆਉਂਦੀ ਆ ਕਿ ਆਤਮ ਪਹਿਚਾਣ ਦੇ ਵਿੱਚ ਆਤਮ ਸੰਕਲਪ ਨੂੰ ਮਨੋਵਿਗਿਆਨੀਆਂ ਨੇ ਸਮਾਨ ਅਰਥਾਂ ਨਾਲ ਪਰਿਭਾਸ਼ਿਤ ਕੀਤਾ ਹੈ। ਜੇ ਅਸੀਂ ਆਤਮ ਸੰਕਲਪ ਤੇ ਆਤਮ ਪਹਿਚਾਣ ਉੱਤੇ ਗੱਲ ਕਰੀਏ ਤਾਂ ਨਿਸ਼ਚਿਤ ਹੀ ਉਸ ਦੇ ਵਿੱਚੋਂ ਆਤਮਾ ਨੂੰ ਹਟਾ ਦਈਏ ਤਾਂ ਪਹਿਚਾਣ ਤੇ ਸੰਕਲਪ ਬਚਦਾ ਹੈ। ਸੰਕਲਪ ਦਾ ਅਰਥ ਹੈ ਕਿਸੇ ਵਿਸ਼ਾ ਵਸਤੂ ਨੂੰ ਦੀਆਂ ਮੁੱਖ ਵਿਸ਼ੇਸ਼ਤਾਵਾਂ ਤੇ ਗੁਣ ਜਿਨ੍ਹਾਂ ਦੇ ਆਧਾਰ ਤੇ ਉਹਨੂੰ ਜਾਣਿਆ ਜਾਂਦਾ ਹੈ ਜਾਂ ਉਸ ਦੀ ਪਹਿਚਾਣ ਕੀਤੀ ਜਾਂਦੀ ਹੈ, ਦੂਸਰਿਆਂ ਤੋਂ ਅਲੱਗ ਕੀਤਾ ਜਾਂਦਾ, ਉਸ ਨੂੰ ਸੰਕਲਪ ਕਿਹਾ ਜਾਂਦਾ ਹੈ। ਜੇ ਕੋਈ ਵੀ ਚੀਜ਼ ਅਸਤਿਤਵ ਰੱਖਦੀ ਹੈ ਤਾਂ ਨਿਸ਼ਚਿਤ ਹੀ ਉਸ ਦੇ ਬੁਨਿਆਦੀ ਗੁਣ ਹੁੰਦੇ ਹਨ ਜਿਨ੍ਹਾਂ ਨਾਲ ਉਸ ਦੀ ਪਹਿਚਾਣ ਹੁੰਦੀ ਹੈ। ਇਹੀ ਆਇਡੈਂਟੀਟੀ ਹੁੰਦੀ ਹੈ। ਇਸ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਸੈਲਫ ਆਇਡੈਂਟੀਟੀ ਆ ਉਹ ਆਤਮ ਪਹਿਚਾਣ ਆ। ਤਾਂ ਇਸ ਤਰ੍ਹਾਂ ਦਾ ਸੰਕਲਪ ਆ ਜਿਹੜਾ ਕਿ ਆਪਣੇ ਆਪ ਨੂੰ ਪਹਿਚਾਨਣ ਦਾ ਕੰਮ ਕਰਦਾ ਹੈ, ਵਿਅਕਤੀ ਨੂੰ ਪਹਿਚਾਨਣ ਦਾ ਕੰਮ ਕਰਦਾ ਹੈ। ਅੱਗੇ ਅਸੀਂ ਗੱਲ ਕਰਦੇ ਹਾਂ ਕਿ ਜਦੋਂ ਅਸੀਂ ਮਨੁੱਖ ਦੀ ਗੱਲ ਕਰਦੇ ਹਾਂ ਤਾਂ ਮਨੁੱਖ ਦੀਆਂ ਆਪਣੀਆਂ ਜਿਹੜੀਆਂ ਬੁਨਿਆਦੀ ਵਿਸ਼ੇਸ਼ ਦੇ ਆਧਾਰ ਤੇ ਜਿਹਦੇ ਕਰਕੇ ਉਹ ਜਾਣਿਆ ਜਾਂਦਾ ਹੈ, ਇਹੀ ਉਸ ਦੀ ਪਹਿਚਾਣ ਆ। ਅਰਥਾਤ ਕਿਸੇ ਵੀ ਵਿਅਕਤੀ ਦੀ ਪਹਿਚਾਣ ਉਸਦੇ ਸਰੀਰਕ, ਮਨੋਵਿਗਿਆਨਕ ਅਤੇ ਸਮਾਜਿਕ ਗੁਣਾਂ ਤੋਂ ਮਿਲ ਕੇ ਬਣਦੀ ਹੈ। ਤਾਂ ਇੱਥੇ ਤੱਕ ਇਹ ਤਾਂ ਸਾਨੂੰ ਪਤਾ ਲੱਗ ਗਿਆ ਕਿ ਕਿਸੇ ਵੀ ਵਿਅਕਤੀ ਦੀ ਪਹਿਚਾਣ ਆ ਜਿਹੜੀ ਉਹ ਸਰੀਰਕ, ਮਾਨਸਿਕ ਤੇ ਸਮਾਜਿਕ ਗੁਣਾਂ ਤੋਂ ਮਿਲਦੀ ਆ। ਅੱਗੇ ਪ੍ਰਸ਼ਨ ਉੱਠਦਾ ਹੈ ਸਾਡੇ ਕੋਲ ਕਿ ਕਿਸੇ ਵਿਅਕਤੀ ਵਿੱਚ ਕੀ ਗੁਣ ਹਨ। ਇਸ ਗੱਲ ਦਾ ਕਿਵੇਂ ਪਤਾ ਲੱਗ ਸਕਦਾ ਹੈ ਕਿ ਕਿਹੜੇ ਕਿਹੜੇ ਗੁਣ ਨੇ ਵਿਅਕਤੀ ਦੇ ਵਿੱਚ, ਕੌਣ ਦੱਸ ਸਕਦਾ ਹੈ ਸਾਨੂੰ? ਵਿਅਕਤੀ ਆਪਣੀ ਪਹਿਚਾਣ ਕਿਵੇਂ ਬਣਾਉਂਦਾ ਹੈ, ਉਹ ਆਪਣੇ ਬਾਰੇ ਸੋਚ ਦਾ ਵਿਕਾਸ ਕਿਵੇਂ ਕਰਦਾ ਹੈ, ਜਾਂ ਵਿਅਕਤੀ ਕਿਸ ਤਰ੍ਹਾਂ ਜਾਣਦਾ ਹੈ, ਮਹਿਸੂਸ ਕਰਦਾ ਹੈ ਕਿ ਲੋਕ ਉਸ ਬਾਰੇ ਕੀ ਸੋਚਦੇ ਹਨ। ਇਹਨਾਂ ਸਾਰੇ ਪ੍ਰਸ਼ਨਾਂ ਦਾ ਇੱਕ ਪ੍ਰਸ਼ਨ ਵਿੱਚ ਉੱਤਰ ਲੈ ਕੇ ਆਈਏ ਤਾਂ ਉੱਤਰ ਆਉਂਦਾ ਹੈ ਕਿ ਆਤਮ ਪਹਿਚਾਣ ਜਿਸ ਵਿੱਚ ਸਰੀਰ ਦੇ ਸਾਰੇ ਡਾਇਮੈਂਸ਼ਨ, ਆਯਾਮ ਜਿਹੜੇ ਨੇ ਸ਼ਾਮਲ ਨੇ, ਸਾਰੇ ਪੱਖ ਸ਼ਾਮਲ ਨੇ, ਜਿਨ੍ਹਾਂ ਦੇ ਵਿੱਚ ਅਸੀਂ ਵਾਰੀ-ਵਾਰੀ ਗੱਲ ਕਰਦੇ ਹਾਂ ਸਰੀਰਕ, ਮਾਨਸਿਕ, ਸਮਾਜਿਕ ਤੇ ਵਿਅਕਤੀ ਦੇ ਗੁਣ। ਜਿਹੜੇ ਸਮਾਜ ਵਿੱਚ ਰਹਿੰਦਾ ਹੈ ਉਸਦੇ ਨਿਯਮ, ਮਾਨਕ, ਕਾਰਜ ਕਰਨ ਦੀ ਇੱਕ ਕਾਰਜਾਤਮਕ ਤੇ ਸੰਰਚਨਾਤਮਕ ਪ੍ਰਣਾਲੀ ਹੁੰਦੀ ਹੈ। ਉਸ ਪ੍ਰਣਾਲੀ ਦੇ ਆਧਾਰ ਤੇ ਵਿਅਕਤੀ ਦਾ ਸਮਾਜ ਦੁਆਰਾ ਤੇ ਵਿਅਕਤੀ ਦਾ ਖੁਦ ਦੁਆਰਾ ਮੁਲਾਂਕਣ ਕੀਤਾ ਜਾਂਦਾ ਹੈ। ਤਾਂ ਇਸੇ ਨੂੰ ਅਸੀਂ ਸੈਲਫ ਆਇਡੈਂਟੀਟੀ ਬੋਲਦੇ ਹਾਂ। ਇੱਕ ਵਿਅਕਤੀ ਦੀ ਸਮਾਜ ਦੇ ਵਿੱਚ ਕੀ ਪਹਿਚਾਣ ਆ, ਉਸਦੀ ਆਪਣੇ ਆਪ ਦੇ ਲਈ ਕੀ ਪਹਿਚਾਣ ਆ, ਇਹੀ ਜਿਹੜੀ ਹੈ ਸੈਲਫ ਆਇਡੈਂਟੀਟੀ ਹੁੰਦੀ ਹੈ। ਇੱਥੇ ਅਸੀਂ ਉਦਾਹਰਨਾਂ ਦੇ ਰਾਹੀਂ ਇਸ ਕੰਸੈਪਟ ਨੂੰ ਹੋਰ ਕਲੀਅਰ ਕਰਦੇ ਹਾਂ। ਜਿਵੇਂ ਛੋਟਾ ਜਿਹਾ ਬੱਚਾ ਘਰ 'ਚ ਮਹਿਮਾਨ ਆ ਜਾਵੇ, ਜਦੋਂ ਪ੍ਰਣਾਮ, ਨਮਸਤੇ, ਸਤਿ ਸ੍ਰੀ ਅਕਾਲ ਕਰਦਾ ਹੈ ਤਾਂ ਉਸ ਨੂੰ ਪ੍ਰੋਤਸਾਹਨ ਮਿਲਦਾ ਹੈ। ਪ੍ਰੋਤਸਾਹਨ ਨਾਲ ਉਹ ਆਪਣੇ ਬਾਰੇ ਵਿੱਚ ਲੋਕਾਂ ਦੀ ਸੋਚ ਜਾਣ ਲੈਂਦਾ। ਜੇ ਅਸੀਂ ਸ਼ਾਬਾਸ਼ ਦਿੰਦੇ ਹਾਂ ਉਸ ਨੂੰ ਤਾਂ ਉਸ ਨੂੰ ਅੰਦਾਜ਼ਾ ਲੱਗ ਜਾਂਦਾ ਹੈ ਕਿ ਲੋਕ ਮੈਨੂੰ ਚੰਗਾ ਕਹਿੰਦੇ ਨੇ, ਤੇ ਇਹਦੇ ਆਧਾਰ ਤੇ ਉਹ ਆਪਣਾ ਆਤਮ ਸੰਕਲਪ ਜਾਂ ਆਤਮ ਪਹਿਚਾਣ ਆ ਜਿਹੜੀ ਉਹ ਬਣਾਉਣ ਲੱਗ ਜਾਂਦਾ ਹੈ। ਇੱਕ ਹੋਰ ਉਦਾਹਰਨ ਲੈਂਦੇ ਹਾਂ ਅਸੀਂ। ਕਿਸੇ ਵਿਅਕਤੀ ਲਈ ਉਪਯੋਗੀ ਹੋਣ ਤਾਂ ਉਸ ਨੂੰ ਸਮਾਜ ਵਿੱਚ ਸਨਮਾਨ ਵਿਅਕਤੀ ਆਪਣੀ ਪਹਿਚਾਣ ਇੱਕ ਨਿਸਵਾਰਥ ਬਣਾ ਲੈਂਦਾ ਹੈ।
ਜੇ ਕਿਸੇ ਅਸੀਂ ਕਹੀਏ ਘਰ 'ਚ ਕੋਈ ਨੌਕਰ ਆ, ਜੇ ਅਸੀਂ ਉਸ ਨੂੰ ਉਸ ਦੇ ਕੰਮਾਂ ਦੁਆਰਾ ਜਿਹੜਾ ਇਹ ਸਨਮਾਨ ਦਈਏ, ਜਾਂ ਉਸ ਦੇ ਜੋ ਵੀ ਉਸ ਦੀ ਆਦਤਾਂ ਨੇ ਜਾਂ ਉਸ ਦਾ ਸੁਭਾਅ ਹੈ, ਅਸੀਂ ਜਿਹਨੂੰ ਆਦਤਾਂ ਜਾਂ ਸੁਭਾਅ ਬੋਲ ਦਿੰਦੇ ਆ, ਜਿਵੇਂ ਇਮਾਨਦਾਰੀ ਦਿਖਾਉਣਾ ਨੌਕਰ ਦਾ ਜੇ ਸੁਭਾਅ ਹੁੰਦਾ ਹੈ, ਤਾਂ ਉਸ ਦੀ ਜਿਹੜੀ ਇਮੇਜ ਆ ਸਾਡੇ ਪ੍ਰਤੀ ਜਾਂ ਸਮਾਜ ਲਈ ਉਹ ਕੀ ਬਣ ਜਾਂਦੀ ਹੈ ਕਿ ਇਹ ਵਿਅਕਤੀ ਆ ਜਿਹੜਾ ਇਹ ਬਹੁਤ ਇਮਾਨਦਾਰ ਆ। ਤਾਂ ਇਸ ਤਰ੍ਹਾਂ ਨਾਲ ਉਹ ਵਿਅਕਤੀ ਦੀ ਪਹਿਚਾਣ ਇਮਾਨਦਾਰ ਦੇ ਰੂਪ 'ਚ ਬਣ ਜਾਂਦੀ ਹੈ। ਜਦੋਂ ਸਮਾਜ ਦੇ ਵਿੱਚ ਬਣ ਜਾਂਦੀ ਹੈ ਤਾਂ ਉਸ ਦੀ ਆਪਣੀਆਂ ਨਜ਼ਰਾਂ ਦੇ ਵਿੱਚ ਉਸੇ ਤਰ੍ਹਾਂ ਦੀ ਪਹਿਚਾਣ ਬਣ ਜਾਂਦੀ ਹੈ। ਤਾਂ ਇਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਸਰੀਰਕ ਰੂਪ ਨਾਲ ਸੁੰਦਰ ਬੱਚਾ ਆਪਣੇ ਘਰ 'ਚ ਤਾਰੀਫ ਸੁਣਦਾ ਹੈ, ਜ਼ਿਆਦਾ ਪਿਆਰ ਲੈਂਦਾ ਹੈ, ਅਤੇ ਆਪਣੀ ਜਿਹੜੀ ਤਾਰੀਫ ਸੁਣ ਕੇ ਉਹ ਆਪਣੀ ਪਹਿਚਾਣ ਸੁੰਦਰ ਹੋਣ ਦੇ ਰੂਪ ਵਿੱਚ ਬਣਾ ਲੈਂਦਾ ਕਿ ਮੈਂ ਸੁੰਦਰ ਹਾਂ, ਉਸ ਦੀ ਪਹਿਚਾਣ ਬਣ ਜਾਂਦੀ ਹੈ। ਇਸੇ ਤਰ੍ਹਾਂ ਜਿਹੜਾ ਨਿਰਸਵਾਰਥ ਹੋ ਕੇ ਕੋਈ ਨੌਕਰ ਕੰਮ ਕਰਦਾ ਹੈ ਜਾਂ ਕੋਈ ਵੀ ਵਰਕਰ ਕੰਮ ਕਰਦਾ ਹੈ ਤਾਂ ਉਸ ਦੀ ਪਹਿਚਾਣ ਨਿਰਸਵਾਰਥੀ ਦੇ ਰੂਪ 'ਚ ਬਣ ਜਾਂਦੀ ਹੈ। ਇਸ ਤਰ੍ਹਾਂ ਨਾਲ ਪਹਿਚਾਣ ਆ ਜਿਹੜੀ ਉਹ ਬਣਾਉਣ ਵਿੱਚ ਪਰਿਵਾਰ, ਸਾਥੀ, ਸਮਾਜ, ਸਕੂਲ ਅਤੇ ਬੱਚੇ ਅੰਤਰਕਿਰਿਆ ਦੇ ਹਰੇਕ ਵਿਚਕਾਰ ਯੋਗਦਾਨ ਹੁੰਦਾ ਹੈ। ਜੇਕਰ ਧਿਆਨ ਨਾਲ ਦੇਖੀਏ ਤਾਂ ਪਹਿਚਾਣ ਨਿਰਮਾਣ ਆ ਜਿਹੜਾ ਆਈਡੈਂਟੀਟੀ ਫਾਰਮੇਸ਼ਨ ਇੱਕ ਸਮਾਜੀਕਰਨ ਦੀ ਪ੍ਰਕਿਰਿਆ ਲੱਗਦੀ ਹੈ। ਜਿਵੇਂ ਸਮਾਜੀਕਰਨ ਹੁੰਦਾ ਬੱਚੇ ਦਾ, ਉਸੇ ਤਰ੍ਹਾਂ ਆਈਡੈਂਟੀਟੀ ਫਾਰਮੇਸ਼ਨ ਹੁੰਦੀ ਹੈ। ਅਰਥਾਤ ਜਿੱਥੇ ਧਨਾਤਮਕ ਪਹਿਚਾਣ ਬਣਦੀ ਹੈ ਉੱਥੇ ਕਈ ਵਾਰੀ ਨਕਾਰਾਤਮਕ ਪਹਿਚਾਣ ਵੀ ਬਣ ਜਾਂਦੀ ਹੈ। ਨਕਾਰਾਤਮਕ ਪਹਿਚਾਣ ਬੱਚੇ ਦੇ ਵਿਅਕਤੀਤਵ ਦੇ ਵਿਕਾਸ ਵਿੱਚ ਰੁਕਾਵਟ ਅਤੇ ਮਨੋਵਿਗਿਆਨਕ ਰੋਗਾਂ ਨੂੰ ਜਨਮ ਦੇਣ ਵਾਲੀ ਹੁੰਦੀ ਹੈ। ਅਰਥਾਤ ਪਹਿਚਾਣ ਦੀ ਅਤੇ ਵਿਅਕਤੀ ਦਾ ਉਭਾਰ ਸਮਾਜੀਕਰਨ ਤੋਂ ਹੁੰਦਾ ਹੈ। ਕੁੱਲ ਮਿਲਾ ਕੇ ਗੱਲ ਇਹ ਬਣਦੀ ਹੈ ਕਿ ਸਮਾਜੀਕਰਨ ਜਿਹੜੀ ਉਹ ਜਨਮ ਤੋਂ ਚੱਲਣ ਵਾਲੀ ਪ੍ਰਕਿਰਿਆ ਹੈ, ਉਹ ਹੀ ਪਹਿਚਾਣ ਨੂੰ ਜਨਮ ਦਿੰਦੀ ਹੈ। ਤਾਂ ਇਸੇ ਤਰ੍ਹਾਂ ਅੱਗੇ ਰਿਕਸਨ ਨੇ ਆਪਣੇ ਮਨੋਵਿਗਿਆਨਕ ਸਿਧਾਂਤ 'ਚ 8 ਅਵਸਥਾਵਾਂ ਦੱਸੀਆਂ ਨੇ, ਜਿਨ੍ਹਾਂ ਵਿੱਚ 5ਵੀਂ ਅਵਸਥਾ ਵਿੱਚ ਉਹਨੇ ਆਤਮ ਪਹਿਚਾਣ ਦੀ ਗੱਲ ਕੀਤੀ ਆ। ਉਸ ਨੇ ਕਿਹਾ ਕਿ ਪਹਿਚਾਣ ਦੀ ਮੁੱਖ ਸਮੱਸਿਆ ਤੇ ਨਿਰਮਾਣ ਕਿਸ਼ੋਰ ਅਵਸਥਾ ਵਿੱਚ ਹੁੰਦਾ ਹੈ। ਜਿਹੜੀ ਇਹ ਇਮੇਜ ਬਣਦੀ ਹੈ ਜਾਂ ਆਇਡੈਂਟੀਟੀ ਹੁੰਦੀ ਹੈ ਤਾਂ ਬਚਪਨ ਤੋਂ ਲੈ ਕੇ ਕਿਸ਼ੋਰ ਅਵਸਥਾ ਤੱਕ ਪਹੁੰਚਦੇ ਇਹ ਜਿਹੜੀ ਹੈ ਜ਼ਿਆਦਾ ਨਿਰਮਿਤ ਹੋ ਜਾਂਦੀ ਹੈ। ਇਸ ਅਵਸਥਾ ਵਿੱਚ ਪਹਿਚਾਣ ਸੰਕਟ ਦੀ ਸਮੱਸਿਆ ਆਉਂਦੀ ਹੈ, ਆਇਡੈਂਟੀਟੀ ਕ੍ਰਾਈਸਿਸ। ਉਹਨਾਂ ਦਾ ਮੰਨਣਾ ਸੀ ਕਿ ਪਹਿਚਾਣ ਨੂੰ ਪੂਰਨ ਰੂਪ ਵਿੱਚ ਸਥਾਪਿਤ ਕਰਨ ਦੀ ਇਹ ਅਵਸਥਾ, ਜਿਹਨੂੰ 12 ਤੋਂ 20 ਸਾਲ ਤੱਕ ਦੱਸਿਆ ਜਾਂਦਾ ਹੈ, ਦੋ ਧਰੂਵੀ ਅਵਸਥਾ ਹੈ, ਜਿਹਦੇ ਵਿੱਚ ਦੋ ਧਰੂਵੀ ਮੀਨਸ ਦੋ ਚੀਜ਼ਾਂ ਨੇ ਇਹਦੇ ਵਿੱਚ, ਜਿਹਦੇ ਵਿੱਚ ਕਿਸ਼ੋਰ ਹਉਮੈ ਪਹਿਚਾਣ, ਈਗੋ ਆਇਡੈਂਟੀਟੀ ਜਿਹਨੂੰ ਕਹਿੰਦੇ ਹਾਂ ਅਸੀਂ, ਅਤੇ ਆਇਡੈਂਟੀਟੀ ਕ੍ਰਾਈਸਿਸ ਵਿੱਚ ਝੂਲਦਾ ਰਹਿੰਦਾ ਹੈ। ਤਾਂ ਇਹ ਉਮਰ ਦੇ ਵਿੱਚ ਦੋ ਤਰ੍ਹਾਂ ਦੀ ਉਹਦੀ ਹੋ ਜਾਂਦੀ ਹੈ, ਇੱਕ ਤਾਂ ਈਗੋ ਆਇਡੈਂਟੀਟੀ ਅਤੇ ਇੱਕ ਆਇਡੈਂਟੀਟੀ ਕ੍ਰਾਈਸਿਸ। ਦੋ ਗੱਲਾਂ ਦੇ ਵਿੱਚ ਉਹ ਘੁੰਮਦਾ ਰਹਿੰਦਾ ਹੈ। ਵਿਅਕਤੀ ਦੇ ਸਮਾਜੀਕਰਨ ਨਾਲ ਪਹਿਚਾਣ ਦਾ ਉਭਾਰ ਹੁੰਦਾ ਹੈ। ਜਦੋਂ ਸਮਾਜੀਕਰਨ ਤੁਸੀਂ ਸਾਰੇ ਜਾਣਦੇ ਹੀ ਹੋ, ਅਸੀਂ ਪਿਛਲੇ ਟੌਪਿਕ ਦੇ ਵਿੱਚ ਕੀਤਾ ਹੈ ਕੀ ਹੁੰਦਾ ਹੈ। ਤਾਂ ਸਮਾਜ ਦੁਆਰਾ ਸਰੀਰਕ, ਮਾਨਸਿਕ ਗੁਣਾਂ ਅਤੇ ਸਮਾਜਿਕ ਗੁਣਾਂ ਉੱਤੇ ਬਣਾਏ ਨਿਯਮਾਂ, ਸੰਰਚਨਾਵਾਂ ਅਤੇ ਕਾਰਜ ਪ੍ਰਣਾਲੀਆਂ ਮਾਨਕਾਂ ਉੱਪਰ ਵਿਅਕਤੀ ਆਪਣੇ ਆਪ ਨੂੰ ਢਾਲਣ, ਸੰਤੁਲਿਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਜੇਕਰ ਉਹ ਸਫਲ ਹੁੰਦਾ ਹੈ ਤਾਂ ਪੋਜ਼ਿਟਿਵ ਆਇਡੈਂਟੀਟੀ ਬਣਦੀ ਹੈ। ਈਗੋ ਆਇਡੈਂਟੀਟੀ ਜਿਹਨੂੰ ਕਿਹਾ ਜਾਂਦਾ ਹੈ, ਅਸਫਲ ਹੋਣ 'ਤੇ ਉਸਦੇ ਆਇਡੈਂਟੀਟੀ ਕ੍ਰਾਈਸਿਸ ਹੋ ਜਾਂਦੇ ਨੇ। ਤਾਂ ਇਹ ਦੋਨੇ ਗੱਲਾਂ ਹੁੰਦੀਆਂ ਨੇ। ਪੋਜ਼ੀਟਿਵ ਦੇ ਵਿੱਚ ਈਗੋ ਆਇਡੈਂਟੀਟੀ ਹੁੰਦੀ ਹੈ ਅਤੇ ਨੈਗੇਟਿਵ ਦੇ ਵਿੱਚ ਆਇਡੈਂਟੀਟੀ ਕ੍ਰਾਈਸਿਸ ਹੁੰਦੇ ਨੇ। ਤਾਂ ਇਸ ਤਰ੍ਹਾਂ ਨਾਲ ਇਰਿਕਸਨ ਨੇ ਇਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ। ਇਸ ਨੇ ਦੋ ਗੱਲਾਂ ਕੀਤੀਆਂ ਨੇ, ਜਿਹੜੇ ਇੱਕ ਪੋਜ਼ੀਟਿਵ ਸਾਈਕੋਲੋਜੀਕਲ ਆਸਪੈਕਟ ਅਤੇ ਇੱਕ ਨੈਗੇਟਿਵ ਸਾਈਕੋਲੋਜੀਕਲ ਆਸਪੈਕਟ ਕਿਹਾ ਇਸ ਨੇ। ਅੱਗੇ ਇਸ ਨੇ ਹੋਰ ਐਕਸਪਲੇਨ ਕੀਤਾ ਹੈ ਕਿਸ਼ੋਰਾਂ, ਇਹ ਕਹਿੰਦਾ ਇਸ ਅਵਸਥਾ ਵਿੱਚ ਕਿਸ਼ੋਰ ਆਪਣੇ ਬਾਰੇ 'ਚ ਜਿਹੜਾ ਵੀ ਉਹਨਾਂ ਨੂੰ ਹੁਣ ਤੱਕ ਗਿਆਨ ਹੋਇਆ ਹੈ ਉਸ ਨੂੰ ਇਸ ਤਰ੍ਹਾਂ ਸੰਗਠਿਤ ਕਰਨ ਦੀ ਕੋਸ਼ਿਸ਼ ਕਰਦੇ ਨੇ। ਉਹ ਇਕੱਠਾ ਕਰ ਲੈਂਦੇ ਨੇ ਸਾਰਾ ਗਿਆਨ ਆਪਣੀ ਪਹਿਚਾਣ 'ਚ, ਅਤੇ ਉਹ ਆਪਣੀ ਪਹਿਚਾਣ ਬਣਾਏ ਰੱਖਣ ਦੇ ਵਿੱਚ ਉਹਨਾਂ ਦੀ ਮਦਦ ਕਰਦੀ ਆ। ਇਸ ਦੇ ਲਈ ਹੋਰ ਗੱਲਾਂ ਵੀ ਜ਼ਰੂਰੀ ਨੇ, ਜਿਹਦੇ ਵਿੱਚ ਆਤਮ ਤੁਖਣ, ਸੈਲਫ ਪਰਸੈਪਸ਼ਨ ਦੀ ਉਹਨਾਂ ਦੇ ਅੰਤਰ ਵਿਅਕਤੀਤਵ ਇੰਟਰਪਰਸਨਲ ਦੁਆਰਾ ਨਿਸ਼ਚਿਤ ਤੌਰ 'ਤੇ ਪੁਸ਼ਟੀ ਹੋਵੇ।
ਹਉਮੈ ਪਹਿਚਾਣ ਦੇ ਵਿਕਾਸ ਲਈ ਇਹ ਜ਼ਰੂਰੀ ਹੈ ਕਿ ਕਿਸ਼ੋਰ ਇੱਕ ਉਪਯੁਕਤ ਬਾਲਗ ਲਿੰਗਿਕ ਭੂਮਿਕਾ ਦਾ ਵਿਕਾਸ ਹੋਇਆ। ਉਪਯੁਕਤ ਜਿਹੜਾ ਕਿਸ਼ੋਰ ਆ ਉਸ ਦਾ ਜਿਹੜਾ ਰੋਲ ਆ ਉਸ ਨੂੰ ਪਤਾ ਹੋਇਆ ਹੋਵੇ ਸਮਾਜ ਦੇ ਵਿੱਚ ਕੀ ਰੋਲ ਅਦਾ ਕਰ ਰਿਹਾ। ਜੇਕਰ ਬਾਲਗ ਦਾ ਜਿਹੜਾ ਅਡਲਟ ਸੈਕਸ ਰੋਲ ਆ ਉਹਦਾ ਵਿਕਾਸ ਨਾ ਹੋਇਆ ਹੋਵੇ ਤਾਂ ਕਿਸ਼ੋਰ ਆ ਜਿਹੜਾ ਉਹ ਪ੍ਰਤੀਕੂਲ ਪ੍ਰਸਥਿਤੀਆਂ ਵਿੱਚ ਘਿਰ ਜਾਂਦਾ ਹੈ। ਤਾਂ ਜਿਹੜਾ ਪਹਿਚਾਣ ਦਾ ਸੰਕਟ ਆ ਉਸ ਦੀ ਸਮੱਸਿਆ ਜਿਹੜੀ ਆਉਣ ਲੱਗ ਜਾਂਦੀ ਆ। ਜਦੋਂ ਅਸੀਂ ਪੂਰੀ ਤਰ੍ਹਾਂ ਨਾਲ ਰੋਲ ਜਾਂ ਜ਼ਿੰਮੇਵਾਰੀਆਂ ਸਮਾਜ ਦੇ ਵਿੱਚ ਸਮਾਜੀਕਰਨ ਕਰਨ ਲੱਗੇ ਬੱਚੇ ਦਾ, ਸਮਾਜ ਜਿਹੜਾ ਇਹ ਦੇ ਦਿੰਦਾ ਹੈ ਉਸ ਨੂੰ, ਤਾਂ ਇਹਦੇ ਨਾਲ ਕੀ ਆ ਉਸ ਦੀ ਪੋਜ਼ਿਟਿਵ ਜਿਹੜੀ ਆ ਸੋਚ ਬਣਦੀ ਆ ਅਤੇ ਜਿਹਦੇ ਨਾਲ ਆਇਡੈਂਟੀਟੀ ਕ੍ਰਾਈਸਿਸ ਤੋਂ ਬਚਿਆ ਜਾਂਦਾ ਹੈ। ਤਾਂ ਜੇ ਆਇਡੈਂਟੀਟੀ ਕ੍ਰਾਈਸਿਸ ਦੀ ਸਮੱਸਿਆ ਆ ਜਾਵੇ ਤਾਂ ਫਿਰ ਕੀ ਹੁੰਦਾ, ਕਿਸ਼ੋਰ ਠੀਕ ਰੁਜ਼ਗਾਰ ਪ੍ਰਾਪਤ ਨਹੀਂ ਕਰ ਪਾਉਂਦੇ, ਜਿਹਦੇ ਨਾਲ ਉਹਨਾਂ ਨੂੰ ਉਦੇਸ਼ਹੀਣਤਾ, ਪਰਸਨੈਲਿਟੀ ਜਿਹੜੀ ਆ ਉਹਨਾਂ ਦੀ ਡਿਸਆਰਗੇਨਾਈਜੇਸ਼ਨ, ਇਸ ਤਰ੍ਹਾਂ ਦੀਆਂ ਸਮੱਸਿਆਵਾਂ, ਵਿਅਰਥਤਾ, ਇਸ ਤਰ੍ਹਾਂ ਦੇ ਭਾਵ ਨੇ ਜਿਹੜੇ ਉਹਨਾਂ ਦੇ ਮਨ 'ਚ ਆਉਂਦੇ ਨੇ। ਇਸ ਤਰ੍ਹਾਂ ਦੇ ਕਿਸ਼ੋਰ ਨੇ ਜਿਹੜੇ ਕਦੇ ਕਦੇ ਨਕਾਰਾਤਮਕ ਪਹਿਚਾਣ ਜਦੋਂ ਇਹਨਾਂ ਦੇ ਵਿੱਚ ਵਿਕਸਿਤ ਹੋ ਜਾਂਦੀ ਆ ਤਾਂ ਇਹ ਪਹਿਚਾਣ ਜਿਹੜੀ ਉਹਨਾਂ ਦੇ ਮਾਤਾ ਪਿਤਾ, ਸਾਥੀ, ਮਿੱਤਰਾਂ ਦੁਆਰਾ ਦੱਸੀ ਪਹਿਚਾਣ ਦੇ ਉਲਟ ਹੁੰਦੀ ਆ। ਕਿਉਂਕਿ ਕਈ ਵਾਰੀ ਜਿਹੜੇ ਪੇਰੈਂਟਸ ਨੇ ਉਹ ਬੁਰੀਆਂ ਗੱਲਾਂ ਨਹੀਂ ਉਹ ਕਰਦੇ, ਦੱਸਦੇ, ਜਾਂ ਉਹ ਚੰਗਾ ਕਹਿੰਦੇ ਨੇ ਆਪਣੇ ਬੱਚੇ ਨੂੰ, ਪਰ ਸਮਾਜ ਦੇ ਵਿੱਚ ਕਈ ਵਾਰੀ ਉਲਟ ਹੋ ਜਾਂਦਾ ਹੈ। ਤਾਂ ਇੱਥੇ ਇਰੈਕਸ਼ਨ ਦਾ ਕੀ ਮਤਲਬ ਕਿ ਇਸ ਅਵਸਥਾ ਵਿੱਚ ਕੁਝ ਕਿਸ਼ੋਰ ਅਜਿਹੇ ਹੁੰਦੇ ਹਨ ਜਿਹੜੇ ਆਪਣੀ ਪਹਿਚਾਣ ਦੇ ਸੰਕਟ ਦੇ ਸਮਾਧਾਨ ਦਾ ਹੱਲ ਨਹੀਂ ਕਰਨਾ ਚਾਹੁੰਦੇ। ਤਾਂ ਇੱਥੇ ਮਨੋ ਸਮਾਜਿਕ ਮੋਰਟਰੀਅਮ ਦਾ ਕਨਸੈਪਟ ਆਉਂਦਾ ਹੈ। ਇਸ ਵਿੱਚ ਬਾਲਗ ਦੀ ਵਚਨਬੱਧਤਾ ਖਤਮ ਹੋ ਜਾਂਦੀ ਹੈ। ਜਦੋਂ ਕਿਸ਼ੋਰ ਹਉਮੈ ਪਹਿਚਾਣ ਬਨਾਮ ਪਹਿਚਾਣ ਸੰਕਟ ਨਾਲ ਉਤਪੰਨ ਸਮੱਸਿਆ ਦਾ ਸਮਾਧਾਨ ਕਰ ਲੈਂਦਾ ਹੈ ਤਾਂ ਉਸ ਨਾਲ ਇੱਕ ਵਿਸ਼ੇਸ਼ ਮਨੋਵਿਗਿਆਨਕ ਸਮਰੱਥਾ ਵਿਕਸਿਤ ਹੁੰਦੀ ਹੈ। ਤਾਂ ਉਸ ਦੀ ਸਾਈਕੋਲੋਜੀਕਲ ਸਟਰੈਂਥ ਬੋਲਿਆ ਜਾਂਦਾ ਉਸ ਦੀ ਹੁੰਦੀ ਹੈ। ਤਾਂ ਇਹਦੇ ਵਿੱਚ ਵਿਅਕਤੀ ਨੂੰ ਆਪਣੀ ਜਿਹੜੀ ਜੋ ਵੀ ਉਸ ਦੀ ਪਹਿਚਾਣ ਨਾਲ ਸੰਬੰਧਿਤ ਸੰਕਟ ਆਏ ਨੇ ਉਸ ਨੂੰ ਹੱਲ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਤਾਂ ਇਹ ਸੀਗਾ ਸਾਡਾ ਅੱਜ ਦਾ ਟੌਪਿਕ ਕਿ ਆਇਡੈਂਟੀਟੀ ਜਿਹੜੀ ਆ ਉਸ ਦਾ ਉਭਾਰ ਕਿਵੇਂ ਹੋਇਆ। ਤਾਂ ਅੱਗੇ ਅਸੀਂ ਸੈਲਫ ਜਿਹੜੀ ਆਇਡੈਂਟੀਟੀ ਆ ਉਸ ਦਾ ਅਰਥ ਕਰਾਂਗੇ। ਅੱਜ ਦੀ ਵੀਡੀਓ 'ਚ ਇੰਨਾ ਹੀ, ਅੱਗੇ ਫਿਰ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ। ਓਕੇ, ਥੈਂਕਸ।